ਚੱਲੇ, ਬਾਬਾ ਨੈਣਾ ਸਿੰਘ ਚੱਲੇ, ਬਾਬਾ ਅਨੋਖਾ ਸਿੰਘ ਚੱਲੇ, ਬਾਬਾ ਗੁਰਬਖਸ਼ ਸਿੰਘ ਚੱਲੇ, ਬਾਬਾ ਦੀਪ ਸਿੰਘ ਚੱਲੇ। ਚਲੇ ਮੰਤਰ ਫੁਰੇ ਬਾਦਸ਼ਾਹ, ਦੇਖੋ ਭਾਈ ਬਹਿਲੋ ਤੇਰੀ ਚੌਕੀ ਕਾ ਤਮਾਸ਼ਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਰਹਿਮਤਾਂ ਦੇ ਸਾਗਰ, ਗੱਦੀ ਤੇ ਬਿਰਾਜਮਾਨ ਜਾਗਦੀ ਜੋਤ, ਹਾਜ਼ਰਾ ਹਜੂਰ ਜਾਹਰਾ ਜਹੂਰ, ਸਰਬ ਕਲਾ ਭਰਪੂਰ। ਅੰਤਰ ਜਾਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਸਤਿਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ਿਆ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੇ ਜਾਪ ਸਰਵਣ ਕੀਤੇ। ਸਤਿਗੁਰਾਂ ਦੀ ਰਹਿਮਤ ਸਦਕਾ ਜੋ ਹਰ ਰੋਜ਼ ਆਪਾਂ ਲੜੀਵਾਰ ਕਥਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਵਣ ਕਰਦੇ ਹਾਂ। ਸ੍ਰੀ ਰਾਗ ਦੀ ਬਾਣੀ ਦੇ ਵਿੱਚੋਂ ਕੁਛ ਸ਼ਬਦ ਆਪਾਂ ਸਰਵਣ ਕੀਤੇ ਨੇ। ਜੋ ਅੱਜ ਦਾ ਸ਼ਬਦ ਹੈ ਇਹ ਵੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ। ਸ੍ਰੀ ਰਾਗ ਮਹੱਲਾ ਪਹਿਲਾ। ਆਵਹੁ ਭੈਣੇ ਗਲ ਮਿਲਹਿ, ਅੰਕ ਸਹੇਲੜੀਆ, ਮਿਲ ਕੈ ਕਰਹਿ ਕਹਾਣੀਆਂ, ਸਮਰੱਥ ਕੰਤ ਕੀਆ। ਸਾਚੇ ਸਾਹਿਬ ਸਭ ਗੁਣ, ਅਵਗੁਣ ਸਭ ਅਸਾਹ, ਕਰਤਾ ਸਭ ਕੋ ਤੇਰੇ ਜੋਰ, ਏਕ ਸ਼ਬਦ ਵਿਚਾਰੀਐ, ਜਾਤੂ ਤਾ ਕਿਆ ਹੋਰ। ਇਹ ਪਾਵਨ ਸ਼ਬਦ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਦੋਂ ਉਚਾਰਿਆ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੁਨੀਆ ਨੂੰ ਤਾਰਦੇ ਹੋਏ ਪਾਕ ਪਟਨ ਭਾਵ ਕਿ ਪਾਕਿਸਤਾਨ ਦੇ ਵਿੱਚ ਉਧਰ ਨੂੰ ਜਦੋਂ ਗਏ ਸਤਿਗੁਰੂ ਜੀ, ਉੱਥੇ ਸ਼ੇਖ ਫਰੀਦ ਦਾ ਚੇਲਾ ਰਹਿੰਦਾ ਸੀ, ਸ਼ੇਖ ਬ੍ਰਹਮ। ਕਹਿੰਦੇ ਉਹਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰੋ, ਤੁਸੀਂ ਅਕਾਲ ਪੁਰਖ ਦੇ ਆਪ ਹੀ ਅੰਤਰਜਾਮੀ ਹੋ, ਅਕਾਲ ਪੁਰਖ ਇਸ ਧਰਤੀ 'ਤੇ ਆਏ ਹੋ, ਸਾਨੂੰ ਵੀ ਸਾਡੇ 'ਤੇ ਵੀ ਕਿਰਪਾ ਕਰੋ ਕਿ ਪਰਮੇਸ਼ਰ ਨੂੰ ਮਿਲਣ ਦਾ ਕੋਈ ਤਰੀਕਾ ਦੱਸੋ ਕਿ ਉਸ ਨੂੰ ਕਿਸ ਤਰ੍ਹਾਂ ਮਿਲਿਆ ਜਾ ਸਕਦਾ ਹੈ। ਅਤੇ ਸਤਿਗੁਰਾਂ ਨੇ ਇਹ ਉਦੋਂ ਸ਼ਬਦ ਉਚਾਰਿਆ, ਭਾਵ ਕਿ ਇਹਦੇ ਵਿੱਚ ਪਰਮਾਤਮਾ ਨੂੰ ਮਿਲਣ ਦੀ ਗੱਲ ਕੀਤੀ ਹੈ ਕਿ ਉਸ ਨੂੰ ਮਿਲਿਆ ਕਿਵੇਂ ਜਾ ਸਕਦਾ ਹੈ। ਫਿਰ ਸਤਿਗੁਰਾਂ ਨੇ ਸਮਝਾਇਆ, ਕਹਿੰਦੇ ਆਵਹੁ ਭੈਣੇ ਗਲ ਮਿਲਹਿ, ਅੰਕ ਸਹੇਲੜੀਆ। ਕਹਿੰਦੇ ਆਓ ਭੈਣੋ, ਭਾਵ ਕਿ ਜਿੰਨਾ ਕਿਉਂਕਿ ਪਰਮਾਤਮਾ ਇੱਕ ਪੁਰਖ ਹੈ, ਹੋਰ ਸਗਲੀ ਨਾਰ ਸਬਾਈ, ਜਿੰਨੀਆਂ ਵੀ ਆਪਾਂ ਭਾਵੇਂ ਇਸਤਰੀ ਹਾਂ ਪੁਰਸ਼ ਹਾਂ, ਸਾਰੀਆਂ ਉਹਦੀਆਂ ਨਾਰਾਂ ਨੇ, ਜੀਵ ਆਤਮਾ ਸਾਰੀਆਂ ਉਹਦੀਆਂ ਨਾਰਾਂ ਨੇ। ਉਹ ਪਰਮਾਤਮਾ ਇੱਕ ਪੁਰਖ ਅਤੇ ਸਾਡਾ ਪਤੀ ਪਰਮੇਸ਼ਰ ਹੈ। ਤਾਂ ਸਤਿਗੁਰਾਂ ਨੇ ਇੱਥੇ ਕਿਹਾ ਕਿ ਜੀ ਉਸ ਨੂੰ ਮਿਲਣ ਦਾ ਇੱਕ ਤਰੀਕਾ ਹੈ। ਕਹਿੰਦੇ ਆਓ ਭੈਣੇ ਗਲ ਮਿਲਹਿ, ਭਾਵ ਕਿ ਅੰਕ ਸਹੇਲੜੀਆ, ਕਿ ਸਾਰੇ ਜਾਣੇ ਬੈਠ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੀਏ ਪ੍ਰੇਮ ਸਹਿਤ। ਕਹਿੰਦੇ ਪ੍ਰੇਮ ਦੇ ਨਾਲ ਬੈਠ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੀਏ। ਅੰਕ ਸਹੇਲੜੀਆ, ਕਹਿੰਦੇ ਹਿਰਦੇ ਦੇ ਵਿੱਚ ਅੰਕ ਕਿਹਾ ਹੈ, ਹਿਰਦੇ ਦੇ ਵਿੱਚ ਉਹਨੂੰ ਧਿਆਉਣਾ ਕਰੀਏ, ਪਰਮੇਸ਼ਰ ਦੀ ਸਿਫਤ ਸਲਾਹ ਕਰੀਏ ਤਾਂ ਫਿਰ ਉਹ ਜਿਹੜਾ ਹੈ ਮਿਲ ਪੈਂਦਾ ਹੈ। ਗਲ ਮਿਲ ਹੈ, ਕਹਿੰਦੇ ਕੰਠ ਦੇ ਨਾਲ ਮਿਲਣਾ ਕਰੀਏ, ਉਹਦੀਆਂ ਪ੍ਰੇਮ ਦੀਆਂ ਗੱਲਾਂ ਕਰੀਏ ਅਤੇ ਉਹ ਪ੍ਰਾਪਤ ਹੋ ਜਾਂਦਾ ਹੈ। ਮਿਲ ਕੇ ਕਰਹਿ ਕਹਾਣੀਆਂ,
ਸਮਰੱਥ ਕੰਤ ਕੀਆ। ਕੰਤ ਪਰਮੇਸ਼ਰ ਨੂੰ ਕਿਹਾ ਹੈ, ਪਤੀ ਨੂੰ ਕਿਹਾ ਹੈ। ਉਹ ਪਰਮਾਤਮਾ ਜਿਹੜਾ ਕੰਤ ਹੈ ਕਿਵੇਂ ਪ੍ਰਾਪਤ ਹੋਏਗਾ? ਮਿਲ ਕੇ ਕਰਹਿ ਕਹਾਣੀਆਂ। ਉਹਦਾ ਨਾਮ ਜਪੀਏ, ਉਹਦੀ ਸਿਫਤ ਸਲਾਹ ਕਰੀਏ, ਉਹਦੀ ਵਿਚਾਰ ਕਰੀਏ, ਕਹਿੰਦੇ ਫਿਰ ਉਹ ਪ੍ਰਾਪਤ ਹੋ ਜਾਂਦਾ ਹੈ। ਕੌਣ? ਸਮਰੱਥ ਕੰਤ ਕੀਆ। ਉਹਦੀਆਂ ਕਹਾਣੀਆਂ ਤੇ ਸਿਫਤਾਂ ਸਲਾਹ ਕਰੀਏ। ਸਾਚੇ ਸਾਹਿਬ ਸਭ ਗੁਣ, ਕਿ ਉਸ ਪਰਮਾਤਮਾ ਦੀ ਸਿਫਤ ਸਲਾਹ, ਪਤੀ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ ਜਿਹਦੇ ਕੋਲ ਸਾਰੇ ਹੀ ਗੁਣ ਨੇ। ਬ੍ਰਹਮ ਦਾ ਗੁਣ, ਰਿੱਧੀਆਂ ਸਿੱਧੀਆਂ, ਦਾਤਾਂ, ਪਦਾਰਥ, ਗਿਆਨ, ਸੰਤੋਖ, ਧਰਮ, ਵੈਰਾਗ, ਸਾਰੇ ਗੁਣ ਉਸ ਪਰਮਾਤਮਾ ਦੇ ਕੋਲੇ। ਕਹਿੰਦੇ ਜਦੋਂ ਉਹਦੀਆਂ ਸਿਫਤਾਂ ਸਲਾਹ ਕਰੀਏ ਉਹ ਸਾਰੇ ਹੀ ਗੁਣ ਮਨੁੱਖ ਨੂੰ ਬਖਸ਼ ਦਿੰਦਾ ਹੈ। ਸਾਚੇ ਸਾਹਿਬ ਸਭ ਗੁਣ, ਅਵਗੁਣ ਸਭ ਅਸਾਹ। ਸਤਿਗੁਰੂ ਜੀ ਕਹਿੰਦੇ ਕਿ ਉਹਦੇ ਅੱਗੇ ਇਸ ਤਰ੍ਹਾਂ ਨਿਮਰਤਾ ਸਹਿਤ ਬੇਨਤੀ ਕਰੋ, ਕਿਉਂਕਿ ਕਹਿ ਕਿ ਇਹ ਪ੍ਰਮਾਤਮਾ ਅਵਗੁਣਾਂ ਦਾ ਭਰਿਆ ਹੋਇਆ ਹਾਂ। ਅਵਗੁਣ ਸਭ ਅਸਾਹ, ਮੇਰੇ 'ਚ ਸਾਰੇ ਹੀ ਅਵਗੁਣ ਨੇ। ਤੂੰ ਗੁਣਾਂ ਵਾਲਾ ਹੈ, ਮੇਰੇ 'ਚ ਵੀ ਕਿਰਪਾ ਕਰ ਦੇ, ਮੈਨੂੰ ਵੀ ਗੁਣ ਬਖਸ਼ ਦੇ। ਕਹਿੰਦੇ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ। ਹੁਣ ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਬੇਨਤੀ ਕਰ, ਹੇ ਪ੍ਰਮਾਤਮਾ ਮੇਰੇ ਅੰਦਰੋਂ ਕਾਮ ਦੀ ਵਾਸ਼ਨਾ ਉਹ ਵੀ ਨਹੀਂ ਖਤਮ ਹੋਈ, ਕ੍ਰੋਧ ਨਾ ਬਿਸਰਿਓ, ਮੇਰੇ ਅੰਦਰੋਂ ਕ੍ਰੋਧ ਵੀ ਨਹੀਂ ਜਾ ਰਿਹਾ, ਲੋਭ ਨਾ ਛੂਟਿਓ, ਲੋਭ ਵੀ ਨਹੀਂ ਅੰਦਰੋਂ ਖਤਮ ਹੋ ਰਿਹਾ, ਲੋਭ ਨਾ ਛੂਟਿਓ ਦੇਵਾ। ਹੇ ਪ੍ਰਮਾਤਮਾ ਅੰਦਰੋਂ ਲੋਭ ਵੀ ਨਹੀਂ ਖਤਮ ਹੋ ਰਿਹਾ, ਪਰ ਨਿੰਦਾ ਮੁਖ 'ਤੇ ਨਹੀਂ ਛੂਟੀ। ਜਿਹੜੀਆਂ ਗੱਲਾਂ ਮੈਂ ਛੱਡਣੀਆਂ ਸੀ, ਕਹਿੰਦੇ ਨਿੰਦਿਆ ਜਿਹੜੀ, ਇਹ ਵੀ ਨਹੀਂ ਮੇਰੇ ਕੋਲੋਂ ਛੁੱਟੇ। ਨਿਹਫਲ ਭਾਈ ਸਭ ਸੇਵਾ। ਹੁਣ ਇੱਥੇ ਸਤਿਗੁਰਾਂ ਨੇ ਕਿੱਡੀ ਵੱਡੀ ਗੱਲ ਕਹੀ, ਅਵਗੁਣ ਸਭ ਅਸਾਹ। ਕਹਿੰਦੇ ਬੇਨਤੀ ਕਰ, ਕਹਿੰਦੇ ਸਾਰੀ ਉਮਰ ਤੋਂ ਤੂੰ ਸੇਵਾ ਕਰਦਾ ਰਿਹਾ, ਪਰਮਾਤਮਾ ਦੀ ਬੰਦਗੀ ਕਰਦਾ ਰਿਹਾ, ਪਰ ਤੇਰੇ ਅੰਦਰੋਂ ਨਾ ਲੋਭ ਛੁੱਟਿਆ, ਨਾ ਕ੍ਰੋਧ ਗਿਆ, ਨਾ ਕਾਮ ਦੀ ਵਾਸ਼ਨਾ ਗਈ, ਨਾ ਤੇਰੇ ਅੰਦਰੋਂ ਨਿੰਦਿਆ ਗਈ ਨਿੰਦਿਆ। ਤਾਂ ਸਤਿਗੁਰੂ ਜੀ ਕਹਿੰਦੇ ਨਿਹਫਲ ਭਾਈ ਸਭ ਸੇਵਾ, ਕੀਤੀ ਹੋਈ ਸੇਵਾ ਸਾਰੀ ਵਿਅਰਥ ਚਲੇ ਗਈ ਤੇਰੀ। ਤਾਂ ਸਤਿਗੁਰੂ ਜੀ ਕਹਿੰਦੇ ਉਹਦੇ ਅੱਗੇ ਬੇਨਤੀ ਕਰ, ਸਾਚੇ ਸਾਹਿਬ ਸਭ ਗੁਣ, ਅਵਗੁਣ ਸਭ ਅਸਾਹ। ਇਹ ਪਰਮਾਤਮਾ ਮੇਰੇ ਵਿੱਚ ਜਿਹੜੇ ਅਵਗੁਣ ਨੇ ਇਹਨਾਂ ਨੂੰ ਤੂੰ ਕੱਢਣਾ ਕਰ, ਤੇ ਜਿਹੜੇ ਗੁਣ ਨੇ ਤੇਰੇ ਕੋਲੇ ਉਹ ਮੇਰੇ ਤੇ ਬੇਨਤੀ ਪ੍ਰਵਾਨ ਕਰ, ਉਹ ਗੁਣ ਮੈਨੂੰ ਦੇਣਾ ਕਰ। ਕਰਤਾ ਸਭ ਕੋ ਤੇਰਾ ਜੋਰ। ਹੇ ਪ੍ਰਮਾਤਮਾ ਤੂੰ ਕਰਨਹਾਰ ਕਰਤਾ ਆਪ, ਅਕਾਲ ਪੁਰਖ ਹੈ, ਸਭ ਕੋ ਤੇਰਾ ਜੋਰ। ਜੋਰ ਕਹਿੰਦੇ ਨੇ ਬਲ ਨੂੰ, ਤੇਰੇ ਵਿੱਚ ਸ਼ਕਤੀ ਹੈ, ਤੇਰੇ ਵਿੱਚ ਬਲ ਹੈ, ਤੂੰ ਤਾਂ ਇਹਨਾਂ ਅਵਗੁਣਾਂ ਤੋਂ ਤੂੰ ਸਾਨੂੰ ਬਚਾ ਸਕਦਾ ਹੈ। ਸਾਡੇ ਵੱਸ ਦੀ ਗੱਲ ਨਹੀਂ ਅਸੀਂ ਬਚ ਜਾਈਏ, ਤੂੰ ਕਿਰਪਾ ਕਰ ਤਾਂ ਅਸੀਂ ਬਚ ਸਕਦੇ ਹਾਂ। ਏਕ ਸ਼ਬਦ ਵਿਚਾਰੀਏ ਜਾ ਤੂੰ ਤਾਂ ਕਿਆ ਹੋਰ। ਤਾਂ ਸਤਿਗੁਰੂ ਜੀ ਕਹਿੰਦੇ ਇੱਕ ਸ਼ਬਦ ਦੀ ਵਿਚਾਰ ਕਰੀਏ ਵਾਹਿਗੁਰੂ ਦੀ। ਕਹਿੰਦੇ ਜਦੋਂ ਇੱਕ ਸ਼ਬਦ ਦੀ ਵਿਚਾਰ ਕਰਨ ਦੇ ਨਾਲ ਤੇ ਸਤਿਗੁਰੂ ਜੀ ਕਹਿੰਦੇ ਉਹਨੂੰ ਬ੍ਰਹਮ ਦੀ ਅਵਸਥਾ ਜਦੋਂ ਮਿਲ ਜਾਂਦੀ, ਗਿਆਨ ਹੋ ਜਾਂਦਾ ਹੈ। ਜਾ ਤੂੰ ਤਾਂ ਕਿਆ ਹੋਰ, ਕਹਿੰਦੇ ਤੂੰ ਹੀ ਹੈ ਜਾਂ ਤੂੰ ਇੱਕ ਅੰਦਰ ਭਾਵ ਕਿ ਤੇਰੇ ਤੇ ਤੇਰੀ ਕਿਰਪਾ ਹੋ ਗਈ ਮੇਰੇ ਤੇ, ਮੈਨੂੰ ਬ੍ਰਹਮ ਦੀ ਅਵਸਥਾ ਮਿਲ ਗਈ। ਕਹਿੰਦੇ ਇੱਕ ਸ਼ਬਦ ਦੇ ਨਾਲ ਜਦੋਂ ਬ੍ਰਹਮ ਦੀ ਅਵਸਥਾ ਗਿਆਨ ਮਿਲ ਗਿਆ ਤਾਂ ਕਿਆ ਹੋਰ, ਮੈਂ ਹੋਰ ਕਿਸੇ ਦੀ ਫਿਰ ਕਿਉਂ ਪੂਜਾ ਕਰਾਂ, ਮੈਂ ਤੇਰੀ ਹੀ ਪੂਜਾ ਕਰਾਂਗਾ। ਤੂੰ ਮੇਰੇ 'ਤੇ ਕਿਰਪਾ ਕਰ। ਅੱਗੇ ਰਹਾਉ ਦੀ ਤੁਕ ਵਿੱਚ ਕਹਿੰਦੇ ਕਿ ਉਹ ਫਿਰ ਕਿਵੇਂ ਸ਼ਬਦ ਜਪੀਏ, ਜਪਣ ਦੀ ਕੋਈ ਵਿਧੀ, ਕੋਈ ਤਰੀਕਾ। ਤਾਂ ਸਤਿਗੁਰੂ ਜੀ ਕਹਿੰਦੇ ਜਾਏ ਪੁੱਛੋ ਸੁਹਾਗਣੀ। ਜਿਵੇਂ ਸਤਿਗੁਰੂ ਜੀ ਦੁਨਿਆਵੀ ਉਦਾਹਰਨ ਦੇ ਕੇ ਕਹਿੰਦੇ ਕਿ ਜਿਵੇਂ ਪੁੱਛਿਆ ਜਾਵੇ, ਜੀਵ ਰੂਪ ਪੁੱਛੇ ਕਿ ਮੇਰਾ ਵਿਆਹ ਹੋਇਆ ਹੈ ਅਤੇ ਉਹ ਪਤੀ ਪਰਮਾਤਮਾ ਕਿਵੇਂ ਮਿਲਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ। ਜਾਏ ਪੁੱਛੋ ਸੁਹਾਗਣੀ, ਕਹਿੰਦੇ ਉਹ ਸੁਹਾਗਣ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਨੇ, ਜਿਹੜੇ ਨਾਮ ਦੇ ਨਾਂ ਰੱਤੇ ਗਏ ਹੋਏ ਨੇ, ਜਿਨ੍ਹਾਂ ਨੂੰ ਪਤੀ ਪਰਮੇਸ਼ਰ ਮਿਲ ਗਿਆ ਹੈ,
ਕਹਿੰਦੇ ਉਹਨਾਂ ਨੂੰ ਪੁੱਛੋ ਤੁਸੀਂ ਰਾਵਿਆ ਕਿੰਨੀ ਗੁਣੀ, ਕਿਹੜੇ ਗੁਣਾਂ ਕਰਕੇ, ਕਿਹੜੇ ਗੁਣਾਂ ਦੇ ਨਾਲ ਤੁਹਾਨੂੰ ਇਹ ਜਿਹੜਾ ਪ੍ਰਮਾਤਮਾ ਜਿਹੜਾ ਪ੍ਰਾਪਤ ਹੋਇਆ ਹੈ, ਤੁਸੀਂ ਉਹਦਾ ਆਨੰਦ ਮਾਣਿਆ ਹੈ, ਕਿਸੇ ਤਰ੍ਹਾਂ ਮਾਣਿਆ ਹੈ, ਅਤੇ ਸਾਨੂੰ ਵੀ ਦੱਸਣਾ ਕਰੋ। ਅਤੇ ਅੱਗੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੇ ਜਦੋਂ ਬ੍ਰਹਮ ਬੇਤਿਆਂ ਨੂੰ ਪੁੱਛਿਆ ਅਤੇ ਸਤਿਗੁਰਾਂ ਨੂੰ ਫਿਰ ਜਦੋਂ ਉਹਨੇ ਸ਼ੇਖ ਬ੍ਰਹਮ ਨੇ ਪੁੱਛਿਆ ਕਿ ਤੁਹਾਨੂੰ ਕਿਵੇਂ ਪ੍ਰਮਾਤਮਾ ਪ੍ਰਾਪਤ ਹੋਇਆ ਹੈ, ਅਤੇ ਉਹ ਸਤਿਗੁਰੂ ਜੀ ਕਹਿੰਦੇ ਸਾਨੂੰ ਇਸ ਤਰ੍ਹਾਂ ਪ੍ਰਾਪਤ ਹੋਇਆ ਹੈ, ਸਹਿਜ ਸੰਤੋਖ ਸ਼ਿੰਗਾਰੀਆ। ਜਿਵੇਂ ਕਿਸੇ ਬੱਚੀ ਦਾ ਵਿਆਹ ਹੁੰਦਾ ਹੈ, ਉਹਦਾ ਸ਼ਿੰਗਾਰ ਹਾਰ ਸ਼ਿੰਗਾਰ ਕੀਤਾ ਜਾਂਦਾ ਹੈ, ਅਤੇ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਜਿਹੜਾ ਸਾਡਾ ਸ਼ਿੰਗਾਰ ਪਹਿਲਾਂ ਮੈਂ ਕੀਤਾ, ਕਿਹੜਾ ਸ਼ਿੰਗਾਰ, ਸਹਿਜ ਅਵਸਥਾ ਮੇਰੇ ਅੰਦਰ ਸ਼ਾਂਤੀ ਆਈ, ਸੰਤੋਖ, ਇਹ ਦੋ ਚੀਜ਼ਾਂ ਸਹਿਜ ਧੀਰਜ ਅਵਸਥਾ ਅਤੇ ਸੰਤੋਖ ਦਾ ਗਿਆਨ ਕੀਤਾ, ਇਹ ਚੀਜ਼ ਨੂੰ ਮੈਂ ਧਾਰਨ ਕੀਤਾ, ਸਹਿਜ ਸੰਤੋਖ ਸ਼ਿੰਗਾਰੀਆ, ਇਹਦਾ ਮੈਂ ਸ਼ਿੰਗਾਰ ਕੀਤਾ। ਮਿੱਠਾ ਬੋਲਣੀ, ਕਹਿੰਦੇ ਮੈਂ ਜਦੋਂ ਮਿੱਠਾ ਪਿਆਰੀਆਂ ਬੋਲ ਬੋਲੇ ਅਤੇ ਉਹ ਪਰਮਾਤਮਾ ਮੈਨੂੰ ਫਿਰ ਪ੍ਰਾਪਤ ਹੋਇਆ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਤਾਂ ਸਤਿਗੁਰੂ ਜੀ ਕਹਿੰਦੇ ਜਿਹੜਾ ਮਿੱਠੀ ਬੋਲੀ ਹੈ ਇਹ ਪ੍ਰਮਾਤਮਾ ਦੀ ਬੋਲੀ ਹੈ, ਕਹਿੰਦੇ ਫਿਰ ਉਹ ਪ੍ਰਾਪਤ ਹੁੰਦਾ ਹੈ ਸਹਿਜ ਸੰਤੋਖ ਧੀਰਜ ਗਿਆਨ। ਕਹਿੰਦੇ ਇਹਦਾ ਸ਼ਿੰਗਾਰ ਜਦੋਂ ਕਰਦਾ ਹੈ ਮਿੱਠੀ ਬੋਲੀ, ਅਤੇ ਉਹ ਪਰਮਾਤਮਾ ਫਿਰ ਪ੍ਰਾਪਤ ਹੁੰਦਾ ਹੈ। ਫਿਰ ਰਸਾਲੂ ਤਾਂ ਮਿਲੈ, ਕਹਿੰਦੇ ਰਸਾਲੂ ਜਿਹੜਾ ਪਰਮਾਤਮਾ ਹੈ ਸੁੰਦਰ, ਉਹ ਤਾਂ ਮਿਲਦਾ ਹੈ ਫਿਰ ਪਰਮੇਸ਼ਰ ਜਾ ਗੁਰ ਕਾ ਸ਼ਬਦ ਸੁਣੀ। ਕਹਿੰਦੇ ਸੰਤੋਖ ਧੀਰਜ ਗਿਆਨ ਮਿੱਠੀ ਬੋਲੀ, ਕਹਿੰਦੇ ਜਦੋਂ ਇਹਨੂੰ ਧਾਰਨ ਕਰ ਲਈਏ ਫਿਰ ਉਸ ਪਰਮਾਤਮਾ ਦਾ ਗੁਰੂ ਦਾ ਸ਼ਬਦ ਸੁਣੇ, ਅਤੇ ਕਹਿੰਦੇ ਫਿਰ ਉਹ ਸ਼ਬਦ ਜਦੋਂ ਵੱਸਦਾ ਅਤੇ ਫਿਰ ਉਹ ਪਰਮਾਤਮਾ ਜਿਹੜਾ ਹੈ ਪ੍ਰਾਪਤ ਹੁੰਦਾ ਹੈ। ਫਿਰ ਕਹਿੰਦੇ ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤ, ਹੇ ਪਰਮਾਤਮਾ ਤੇਰੀ ਕੁਦਰਤ, ਤੇਰੀਆਂ ਸ਼ਕਤੀਆਂ, ਤੇਰੀਆਂ ਬੇਅੰਤ ਹੀ ਤੇਰੇ ਕੋਲ ਸ਼ਕਤੀਆਂ ਨੇ, ਅਤੇ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਹਜ਼ਾਰਾਂ ਹੀ ਸ਼ਕਤੀਆਂ ਨੇ। ਕੇਵਡ ਤੇਰੀ ਦਾਤ, ਤੂੰ ਕਿੰਨੀਆਂ ਹੀ ਦਾਤਾਂ ਵੰਡ ਲਿਆ ਹੈ ਸਾਰੇ ਸੰਸਾਰ ਨੂੰ, ਤੇਰੀਆਂ ਦਾਤਾਂ ਵੀ ਨਹੀਂ ਮੁੱਕਦੀਆਂ, ਇੰਨੀਆਂ ਦਾਤਾਂ ਨੇ। ਬ੍ਰਹਮ ਦੀ ਦਾਤ, ਵਿਦਿਆ ਦੀ ਦਾਤ, ਪਦਾਰਥਾਂ ਦੀ ਦਾਤ ਤੇਰੇ ਕੋਲੋਂ ਨਹੀਂ ਖਤਮ ਹੁੰਦੀ। ਕਿਤੇ ਤੇਰੇ ਜੀ ਜੰਤ ਸਿਫਤ ਕਰਹਿ ਦਿਨ ਰਾਤ, ਕਹਿੰਦੇ ਜਿਨ੍ਹਾਂ ਨੂੰ ਦਾਤਾਂ ਤੂੰ ਦੇਣਾ ਹੈ ਉਹ ਤੇਰੀ ਸਿਫਤ ਸਲਾਹ ਦਿਨ ਰਾਤ ਕਰਦੇ ਨੇ, ਤੇਰੀ ਵਡਿਆਈ ਕਰਦੇ ਨੇ। ਜਿਹੜੇ ਬ੍ਰਹਮ ਗਿਆਨੀ ਗੁਰਮੁਖ ਪਿਆਰੇ ਨਾਮ ਜਪਣ ਵਾਲੇ, ਕਹਿੰਦੇ ਸਦਾ ਹੀ ਤੇਰੀ ਵਡਿਆਈ ਕਰਦੇ ਨੇ। ਜਦੋਂ ਤੂੰ ਉਹਨਾਂ ਨੂੰ ਦਾਤਾਂ, ਕਿਸੇ ਨੂੰ ਬ੍ਰਹਮ ਦੀ ਦਾਤ ਦੇ ਦੇਣਾ ਹੈ, ਕਿਸੇ ਨੂੰ ਰਿੱਧੀਆਂ ਸਿੱਧਾਂ ਦੀ ਦਾਤ ਦੇ ਦੇਣਾ ਹੈ, ਕਿਸੇ ਨੂੰ ਪਦਾਰਥਾਂ ਦੀ ਦਾਤ ਦੇ ਦੇਣਾ ਹੈ, ਉਹ ਤੇਰੀ ਦਿਨ ਰਾਤ ਸਿਫਤ ਸਲਾਹ ਕਰਦੇ ਨੇ। ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ, ਇਹ ਪਰਮਾਤਮਾ ਕਿੰਨੇ ਹੀ ਰੂਪਾਂ ਦੀ ਤੂੰ ਸੰਸਾਰ ਬਣਾਇਆ ਹੈ, ਕਿਸੇ ਨੂੰ ਕਾਲਾ, ਕਿਸੇ ਨੂੰ ਗੋਰਾ, ਕਿਸੇ ਨੂੰ ਕਿਸੇ ਤਰ੍ਹਾਂ ਦਾ, ਕਿਸੇ ਨੂੰ ਕਿਸੇ ਤਰ੍ਹਾਂ ਦਾ, ਕਿੰਨੇ ਹੀ ਰੂਪ ਤੂੰ ਪੈਦਾ ਕੀਤੇ ਨੇ। ਕੇਤੇ ਜਾਤ ਅਜਾਤ, ਕੋਈ ਚੰਗਾ ਹੈ ਮਨੁੱਖ, ਕੋਈ ਮਾੜਾ ਹੈ, ਕਹਿੰਦੇ ਸਾਰੇ ਹੀ ਤੂੰ ਪੈਦਾ ਕੀਤੇ ਨੇ। ਸੱਚ ਮਿਲੈ ਸੱਚ ਉਪਜੈ, ਤਾਂ ਸਤਿਗੁਰੂ ਜੀ ਕਹਿੰਦੇ ਜੇ ਸੱਚਾ ਨਾਮ ਪ੍ਰਾਪਤ ਹੋ ਜਾਏ ਤੇ ਫਿਰ ਹਿਰਦੇ ਦੇ ਵਿੱਚ ਉਹ ਸੱਚ ਜਿਹੜਾ ਹੈ ਉਹਦਾ ਪ੍ਰਕਾਸ਼ ਉਪਜੈ, ਭਾਵ ਕਿ ਪ੍ਰਕਾਸ਼ ਹੋ ਜਾਂਦਾ ਹੈ। ਸੱਚ ਮਹਿ ਸਾਚ ਸਮਾਏ, ਕਹਿੰਦੇ ਜਿਹੜੀ ਜੀਵ ਆਤਮਾ ਫਿਰ ਸੱਚ ਦੇ ਵਿੱਚ ਜਾ ਕੇ ਸਮਾ ਜਾਂਦੀ ਹੈ। ਸੁਰਤ ਹੋਵੈ ਪਤ ਉਗਵੈ ਗੁਰ ਬਚਨੀ ਭਉ ਜਾਏ, ਕਹਿੰਦੇ ਜੇ ਚੰਗੀ ਸੁਰਤ ਹੋ ਜਾਵੇ, ਗੁਰੂ ਦੀ ਕਿਰਪਾ ਹੋ ਜਾਵੇ, ਤੇ ਕਹਿੰਦੇ ਫਿਰ ਇਹ ਜਿਹੜਾ ਪ੍ਰਲੋਕ ਦੇ ਵਿੱਚ ਪਤ ਉਗਵੈ, ਲੋਕ ਤੇ ਪ੍ਰਲੋਕ ਦੇ ਵਿੱਚ ਫਿਰ ਉਹਦੀ ਵਡਿਆਈ ਹੁੰਦੀ ਹੈ, ਜਿਹਦੀ ਚੰਗੀ ਸੁਰਤ ਹੋ ਜਾਂਦੀ ਹੈ, ਜਿਹਨੂੰ ਗਿਆਨ ਹੋ ਜਾਂਦਾ ਹੈ। ਗੁਰ ਬਚਨੀ ਭਉ ਖਾਏ, ਕਹਿੰਦੇ ਇਸੇ ਤਰ੍ਹਾਂ ਪਰਮਾਤਮਾ ਦਾ ਭੈ ਰੱਖਣਾ ਹੈ ਆਪਣੇ ਅੰਦਰ,
ਕਹਿੰਦੇ ਜਦੋਂ ਜਿਹਨੂੰ ਪ੍ਰਮਾਤਮਾ ਦਾ ਭੈ ਹੋ ਜਾਂਦਾ ਹੈ ਤੇ ਉਹਦੇ ਅੰਦਰ ਇਹ ਨਾਮ ਜਿਹੜਾ ਵਾਹਿਗੁਰੂ ਦਾ ਵਸ ਜਾਂਦਾ ਹੈ। ਨਾਨਕ ਸੱਚਾ ਪਾਤਸ਼ਾਹੋ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਜਿਹੜਾ ਪ੍ਰਮਾਤਮਾ ਹੈ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਆਪੇ ਲਏ ਮਿਲਾਏ, ਕਿਉਂਕਿ ਉਹ ਸਤਿਗੁਰੂ ਜੀ ਕਹਿੰਦੇ ਫਿਰ ਉਹ ਆਪਣੇ ਆਪ ਮਿਲਾ ਲੈਂਦਾ ਹੈ ਆਪਣੇ ਵਿੱਚ। ਜਦੋਂ ਇਸ ਤਰ੍ਹਾਂ ਉਹਦੇ ਅੱਗੇ ਬੇਨਤੀਆਂ ਕਰੀਏ ਤੇ ਉਹ ਬੇਨਤੀ ਸੁਣਦਾ ਹੈ ਤੇ ਕਿਰਪਾ ਕਰ ਦਿੰਦਾ ਹੈ। ਇਹ ਸ਼ਬਦ ਸੇਖ ਬ੍ਰਹਮ ਦਾ ਜਿਹੜਾ ਚੇਲਾ ਸੀਗਾ ਉਹਨੂੰ ਉਪਦੇਸ਼ ਦਿੱਤਾ ਹੈ ਸਤਿਗੁਰਾਂ ਨੇ ਕਿ ਉਹਦੀ ਕਿਵੇਂ ਪ੍ਰਾਪਤੀ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਤੱਤ ਸਾਰ ਜਿਹੜਾ ਹੈ ਸਤਿਗੁਰੂ ਜੀ ਕਹਿੰਦੇ ਸਹਿਜ ਸੰਤੋਖ ਤੇ ਗਿਆਨ ਤੇ ਮਿੱਠੀ ਬੋਲੀ ਦੇ ਨਾਲ ਉਹ ਪਰਮਾਤਮਾ ਜਿਹੜਾ ਹੈ ਪ੍ਰਾਪਤ ਹੋ ਜਾਂਦਾ ਹੈ। ਉਹਦਾ ਸ਼ਬਦ ਸੁਣਨ ਦੇ ਨਾਲ ਤੇ ਕਿਰਪਾ ਹੋ ਜਾਂਦੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਨਹੀਂ ਨਿਹਫਲ ਭਾਈ ਸਭ ਸੇਵਾ, ਕਹਿੰਦੇ ਜਿੰਨੀ ਮਰਜ਼ੀ ਸੇਵਾ ਤੇ ਆਪਾਂ ਸਿਮਰਨ ਵੀ ਕਰੀ ਜਾਈਏ, ਕਹਿੰਦੇ ਜਿੰਨਾ ਚਿਰ ਇਹ ਗੁਣ ਨਹੀਂ ਧਾਰਨ ਹੁੰਦੇ ਉਹਨਾਂ ਚਿਰ ਸਭ ਕੁਝ ਨਿਸਫਲ ਚਲਿਆ ਜਾਂਦਾ ਹੈ। ਇਹਦੇ ਵਿੱਚ ਸਤਿਗੁਰਾਂ ਨੇ ਤੱਤਸਾਰ ਦੱਸਿਆ ਹੈ। ਸੁਰਤ ਹੋਵੈ ਪਤ ਉਗਵੈ, ਗੁਰ ਬਚਨੇ ਭਉ ਖਾਏ। ਪਰਮਾਤਮਾ ਦਾ ਭੈ ਅੰਦਰ ਰੱਖਣਾ ਚਾਹੀਦਾ ਹੈ। ਨਾਨਕ ਸੱਚਾ ਪਾਤਸ਼ਾਹੋ ਆਪੇ ਲਏ ਮਿਲਾਏ, ਫਿਰ ਉਹ ਆਪਣੇ ਆਪ ਮਿਲਾ ਲੈਂਦਾ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰਿ ਕੇਰਾ, ਮਨ ਜਿਨੇ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ।